Hi guys, this is Harpreet Singh. Welcome back to the channel Mr. Singh Educations. Welcome to the Indian polity classes for all the competitive exams. Students, here you get all the polity notes for all the competitive exams. So students, ਜਿਵੇਂ ਕਿ ਆਪਾਂ ਸਟਾਰਟ ਕੀਤਾ ਹੋਇਆ ਸੀ ਇੰਡੀਅਨ ਪੋਲਿਟੀ ਦੇ ਵਿੱਚ ਹਿਸਟੋਰੀਕਲ ਬੈਕਗਰਾਉਂਡ ਜਿਹੜੀ ਆਪਾਂ ਕਰ ਰਹੇ ਸੀ। ਤਾਂ ਆਪਾਂ ਕੀ ਕੀਤਾ ਸੀ, ਆਪਾਂ ਕਰਾਊਨ ਰੂਲ ਦੇ ਐਕਟ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਤੱਕ ਜਿਹੜਾ ਆਪਾਂ ਕਰ ਲਿਆ ਸੀ ਕਵਰ। ਹੁਣ ਆਪਾਂ ਕੀ ਗੱਲ ਕਰਨੀ ਆ, ਹੁਣ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਲਾਸਟ ਐਕਟ ਬਚਿਆ ਕਰਾਊਨ ਰੂਲ ਦਾ, ਉਹ ਕਿਹੜਾ ਹੈ, ਇੰਡੀਅਨ ਇੰਡੀਪੈਂਡੈਂਸ ਐਕਟ 1947। ਠੀਕ ਹੈ, ਇੰਡੀਅਨ ਇੰਡੀਪੈਂਡੈਂਸ ਐਕਟ 1947 ਉਹ ਆਪਾਂ ਅੱਜ ਕਵਰ ਕਰਾਂਗੇ। ਆਈ ਹੋਪ ਗਾਈਜ਼ ਤੁਸੀਂ ਜਿਹੜਾ ਹੈਗਾ ਤਿਆਰ ਹੋਗੇ। ਤੋ ਲੈਟਸ ਬਿਗਨ ਆਵਰ ਲੈਕਚਰ ਫॉर ਹਿਸਟੋਰੀਕਲ ਬੈਕਗਰਾਉਂਡ। ਚਲੋ ਆਪਾਂ ਸਟਾਰਟ ਕਰਦੇ ਹਾਂ। ਤੋ ਅੱਜ ਆਪਾਂ ਸਭ ਤੋਂ ਪਹਿਲਾਂ ਕੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਡੀਅਨ ਇੰਡੀਪੈਂਡੈਂਸ ਐਕਟ ਹੈ ਕੀ ਚੀਜ਼ ਹੈ। ਇੰਡੀਅਨ ਇੰਡੀਪੈਂਡੈਂਸ ਐਕਟ ਇੱਕ ਲਾਸਟ ਐਕਟ ਹੈਗਾ ਸੀ ਕਰਾਊਨ ਰੂਲ ਦਾ, ਬ੍ਰਿਟਿਸ਼ ਐਮਪਾਇਰ ਦਾ ਲਾਸਟ ਐਕਟ ਹੈਗਾ ਸੀ ਜਿਹੜਾ ਕਿ ਭਾਰਤ ਵਿੱਚ ਲਿਆਂਦਾ ਗਿਆ। ਕਿਸ ਲਈ ਲਿਆਂਦਾ ਗਿਆ ਕਿ ਹੁਣ ਜਿਹੜਾ ਹੈਗਾ ਸੀ ਇਹਨਾਂ ਨੂੰ ਕੀ ਹੈ, ਭਾਰਤ ਨੂੰ ਅਤੇ ਪਾਕਿਸਤਾਨ ਨੂੰ, ਭਾਰਤ ਪਾਕਿਸਤਾਨ ਇਸ ਐਕਟ ਦੇ ਵਿੱਚ ਇੱਕ ਤਾਂ ਕਿ ਪਾਰਟੀਸ਼ਨ ਹੋਈ। ਪਾਰਟੀਸ਼ਨ ਦੇ ਵਿੱਚ ਕੀ ਕੀਤਾ ਗਿਆ, ਭਾਰਤ ਅਤੇ ਪਾਕਿਸਤਾਨ ਦਾ ਨਾਮ ਦੇ ਦੋ ਜਿਹੜੇ ਹੈਗੇ ਨੇ ਪਰ ਦੇਸ਼ ਬਣਾਏ ਗਏ। ਠੀਕ ਹੈ, ਹੁਣ ਜਿਹੜੇ ਇਹ ਦੇਸ਼ ਹੈਗੇ ਸੀ ਇਹਦੇ ਵਿੱਚ ਜਿਹੜੇ ਲੋਕ ਰਹਿਣਾ ਚਾਹੁੰਦੇ ਸੀ, ਜਿਹੜੇ ਲੋਕ ਪਾਕਿਸਤਾਨ 'ਚ ਜਾਣਾ ਚਾਹੁੰਦੇ ਸੀ ਉਹ ਪਾਕਿਸਤਾਨ 'ਚ ਜਾ ਸਕਦੇ ਸੀ, ਜਿਹੜੇ ਇੰਡੀਆ ਨਾਲ ਰਲਣਾ ਚਾਹੁੰਦੇ ਸੀ ਉਹ ਇੰਡੀਆ ਨਾਲ ਰਲ ਸਕਦੇ ਸੀ। ਬਾਕੀ ਜਿਹੜੇ ਰਹਿ ਗਏ ਨੇ ਇੰਡੀਪੈਂਡੈਂਟ ਸਟੇਟਸ, ਮਤਲਬ ਕਿ ਕੋਈ ਵੀ ਜਿਹੜੀ ਸਟੇਟ ਜਿਹੜੇ ਇਹਨਾਂ ਦੋਵਾਂ ਡੋਮੀਨਸ ਨਾਲ, ਮਤਲਬ ਕਿ ਦੋ ਦੇਸ਼ਾਂ ਨਾਲ ਨਹੀਂ ਰਲਣਾ ਚਾਹੁੰਦੀ, ਤਾਂ ਉਹਨਾਂ ਨੂੰ ਕੀ ਜਿਹੜਾ ਹੈਗਾ ਆਜ਼ਾਦ ਰਹਿਣ ਦਾ ਵੀ ਹੱਕ ਹੈਗਾ ਸੀ। ਠੀਕ ਹੈ, ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ ਹੈਗਾ ਲੈਕਚਰ ਸਟਾਰਟ ਕਰਦੇ ਹਾਂ। ਲੈਕਚਰ ਦੇ ਵਿੱਚ ਜਿਹੜਾ ਆਪਣੇ ਨੋਟਸ ਕੀ ਕਹਿ ਰਹੇ ਨੇ, ਔਨ February 20th 1947 the British Prime Minister Clement Attlee declared that the British rule in India would end by June 30th 1948। ਤਾਂ ਹੁਣ ਕੀ ਜਿਹੜਾ ਹੈਗਾ ਕਲੈਮੈਂਟ ਐਟਲੇ ਜਿਹੜਾ ਹੈਗਾ ਸੀ ਉਹ ਕੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਹੈਗਾ ਸੀ। ਉਹ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਕੀ ਕਿਹਾ, 20 ਫਰਵਰੀ 1947 ਨੂੰ ਇਹ ਗੱਲ ਕੀਤੀ ਵੀ ਭਾਰਤ ਦੇਸ਼ ਨੂੰ ਕੀ ਹੈ, ਪਹਿਲਾਂ ਤੱਕ ਕੋਈ ਗੱਲ ਨਹੀਂ, ਪਾਰਟੀਸ਼ਨ ਦੀ ਕੋਈ ਗੱਲ ਨਹੀਂ ਹੋਈ ਸੀ। ਤਾਂ ਉਹਨੇ ਕਿਹਾ ਵੀ ਪੂਰੇ ਭਾਰਤ ਜਿਹੜਾ ਆਪਾਂ ਕਰ ਦਈਏ ਨਾ ਵੀ ਪੂਰਾ ਭਾਰਤ ਕਿਹੜਾ, ਬੰਗਲਾਦੇਸ਼, ਪਾਕਿਸਤਾਨ, ਸਾਰਿਆਂ ਨੂੰ ਜਿਹੜਾ ਕੰਬਾਈਨ ਕਰਕੇ ਆਪਾਂ ਜਿਹੜੇ ਗੱਲ ਕਰਦੇ ਪਏ ਨਾ ਉਹ ਭਾਰਤ, ਪੂਰਾ ਭਾਰਤ ਦੇਸ਼ ਸੀ। ਠੀਕ ਹੈ, ਤਾਂ ਉਹਦੇ ਵਿੱਚ ਉਹਨੇ ਗੱਲ ਕੀਤੀ ਕਿ ਵੀ ਜਿਹੜਾ ਹੈਗਾ ਇਹ ਭਾਰਤ ਨੂੰ ਕੀ ਹੈ 30 ਜੂਨ 1948 ਮਤਲਬ ਕਿ 30 ਜੂਨ 1948 ਦੇ ਵਿੱਚ ਇਹਨੂੰ ਪੂਰੀ ਤਰ੍ਹਾਂ ਆਜ਼ਾਦ ਕਰ ਦਿੱਤਾ ਜਾਵੇਗਾ। ਠੀਕ ਹੈ, ਹੁਣ ਇਸ ਤੋਂ ਬਾਅਦ ਕੀ ਹੋਇਆ, ਆਫਟਰ ਵਿਚ ਦਾ ਪਾਵਰ ਵੁੱਡ ਬੀ ਟਰਾਂਸਫਰਡ ਟੂ ਰਿਸਪੋਂਸੀਬਲ ਇੰਡੀਅਨ ਹੈਂਡਸ। ਤਾਂ ਹੁਣ ਕੀ ਗੱਲ ਕਰਕੇ ਦਿੱਤੀ ਗਈ, ਇਹਦੇ ਵਿੱਚ ਐਟਲੇ ਨੇ ਗੱਲ ਕੀਤੀ ਵੀ ਜਿਹੜੀ ਪਾਵਰ, ਜਿਹੜੀ ਸ਼ਕਤੀਆਂ ਦੀ ਹੋਣਗੀਆਂ ਨਾ ਸਰਕਾਰ ਦੀ, ਜੋ ਕੋਈ ਵੀ ਤਰ੍ਹਾਂ ਦੀ ਕੋਈ ਵੀ ਸ਼ਕਤੀ ਹੈਗੀ ਹੈ ਉਹਨੂੰ ਕੀ ਜਿਹੜਾ ਹੈਗਾ ਰਿਸਪੋਂਸੀਬਲ ਗਵਰਨਮੈਂਟ, ਜ਼ਿੰਮੇਵਾਰ ਭਾਰਤ ਜਿਹੜਾ ਹੈਗਾ ਜ਼ਿੰਮੇਵਾਰ ਸਰਕਾਰ ਦੇ ਹੱਥਾਂ ਦੇ ਵਿੱਚ ਦੇ ਦਿੱਤੀ ਜਾਣਗੀਆਂ। ਫਿਰ ਉਸ ਤੋਂ ਬਾਅਦ ਉਹ ਚਾਹੇ ਕਿਵੇਂ ਮਰਜ਼ੀ ਕਰੇ, ਚਾਹੇ ਉਹ ਕਿ ਗਵਰਨਮੈਂਟ ਜਿਹੜਾ ਹੈਗਾ ਡੈਮੋਕ੍ਰੇਸੀ ਲਿਆਏ ਜਾਂ ਕੀ ਹੈ ਕੋਈ ਵੀ ਜਿਹੜਾ ਮੋਨਾਰਕ ਰੂਲ ਲਿਆਏ ਜਾਂ ਡਿਕਟੇਟਰਸ਼ਿਪ ਲਿਆਏ ਜਾਂ ਕੁਛ ਵੀ ਲਿਆਏ। ਠੀਕ ਹੈ, ਤਾਂ ਅੱਗੇ ਗੱਲ ਕਰਦੇ ਹਾਂ। ਦਿਸ ਅਨਾਊਂਸਮੈਂਟ ਵਾਜ਼ ਫੋਲੋਡ ਬਾਏ ਦਾ ਐਜੀਟੇਸ਼ਨ ਦਾ ਮੁਸਲਿਮ ਲੀਗ ਡਿਮਾਂਡਿੰਗ ਪਾਰਟੀਸ਼ਨ ਆਫ ਦਾ ਕੰਟਰੀ। ਠੀਕ ਹੈ, ਤਾਂ ਹੁਣ ਇਸ ਤੋਂ ਬਾਅਦ ਕੀ ਹੋਇਆ, ਜਦੋਂ ਐਟਲੇ ਨੇ ਜਿਹੜਾ ਹੈਗਾ 20 ਫੈਬ 1947 ਨੂੰ ਇਹ ਗੱਲ ਕਰਤੀ ਵੀ ਜਿਹੜਾ ਹੈਗਾ ਤੁਹਾਡਾ ਜਿਹੜਾ ਦੇਸ਼ ਹੈਗਾ, ਜਿਹੜਾ ਭਾਰਤ ਹੈਗਾ, ਇਹਨੂੰ ਕਿ 30 ਜੂਨ 1948 ਦੇ ਵਿੱਚ ਆਜ਼ਾਦ ਕਰ ਦਿੱਤਾ ਜਾਏਗਾ। ਤਾਂ ਹੁਣ ਇਹ ਗੱਲ ਸੁਣ ਕੇ ਕੀ ਗੱਲ ਆਈ, ਮੁਸਲਿਮ ਲੀਗ ਜਿਹੜੀ ਹੈਗੀ ਸੀ, ਮੁਸਲਿਮ ਲੀਗ ਨੇ ਕੀ ਗੱਲ ਕੀਤੀ ਵੀ ਸਾਨੂੰ ਕੀ ਜਿਹੜਾ ਹੈਗਾ ਆਪਣਾ ਭਾਰਤ ਜਿਹੜਾ ਹੈਗਾ ਨਾ ਭਾਰਤ ਦੇ ਵਿੱਚ ਨਹੀਂ ਰਲਣਾ, ਸਾਨੂੰ ਜਿਹੜਾ ਇੱਕ ਅਲੱਗ ਤੋਂ ਦੇਸ਼ ਬਣਾ ਕੇ ਦਿੱਤਾ ਜਾਏ। ਕਿੰਨਾ ਵਾਸਤੇ, ਮੁਸਲਿਮ ਲੋਕਾਂ ਵਾਸਤੇ। ਵੈਸੇ ਇਹ ਉਸ ਪਾਰਟੀ ਦੀ ਗੱਲ ਹੈਗੀ ਸੀ, ਵੈਸੇ ਕੋਈ ਇਹ ਇੱਦਾਂ ਦੀ ਗੱਲ ਨਹੀਂ ਕਿ ਵੀ ਕਿਹੜੇ ਮੁਸਲਿਮ ਅਲੱਗ ਨੇ ਜਾਂ ਹਿੰਦੂ ਅਲੱਗ ਨੇ। ਠੀਕ ਹੈ, ਜਾਂ ਕੋਈ ਵੀ ਆਪਾਂ ਧਰਮ ਦੀ ਨਹੀਂ ਗੱਲ ਕਰਦੇ ਇੱਥੇ। ਠੀਕ ਹੈ, ਤਾਂ ਉਸ ਟਾਈਮ ਜਿਹੜਾ ਮੁਸਲਿਮ ਲੀਗ ਨੇ ਗੱਲ ਕੀਤੀ ਸੀ, ਡਿਮਾਂਡ ਕੀਤੀ ਸੀ, ਉਹ ਕੀਤੀ ਸੀ ਵੀ ਸਾਡਾ ਜਿਹੜਾ ਦੇਸ਼ ਅਲੱਗ ਹੋਣਾ ਚਾਹੀਦਾ। ਠੀਕ ਹੈ, ਤਾਂ ਫਿਰ ਕੀ ਹੋਇਆ, ਅਗੇਨ ਔਨ June 3rd 1947 the British government made it clear that any constitution framed by the Constituent Assembly of India cannot be applied to those parts of the country which were unwilling to accept it। ਹੁਣ ਮਤਲਬ ਕੀ ਇਹਦੇ ਵਿੱਚ ਕੀ ਕਹਿ ਰਹੇ ਨੇ ਵੀ ਇਹਦੇ ਵਿੱਚ ਗੱਲ ਕਰ ਦਿੱਤੀ ਕਿ ਠੀਕ ਹੈ ਵੀ ਬ੍ਰਿਟਿਸ਼ ਪਾਰਲੀਮੈਂਟ ਜਿਹੜੀ ਹੈਗੀ ਸੀ, ਬ੍ਰਿਟਿਸ਼ ਗਵਰਨਮੈਂਟ ਐਮਪਾਇਰ ਦੇ ਜਿਹੜੇ ਲੋਕ ਹੈਗੇ ਸੀ ਉਹਨਾਂ ਨੇ ਕੀ ਮੰਨ ਲਿਆ ਵੀ ਠੀਕ ਹੈ ਵੀ ਤੁਹਾਡਾ ਦੇਸ਼ ਜਿਹੜਾ ਅਲੱਗ ਤੋਂ ਬਣਾ ਦਿੱਤਾ ਜਾਵੇਗਾ, ਅਲੱਗ ਤੋਂ ਬਣਾਇਆ ਜਾਏਗਾ। ਮਤਲਬ ਕੀ ਹੈ ਵੀ ਹੁਣ ਉਹ ਗੱਲ ਉਹਨਾਂ ਨੇ ਇਹ ਕੀਤੀ ਨਾ ਵੀ ਜਿਹੜੇ ਆਪਣੀ ਕੀ ਕੰਸਟੀਟਿਊਐਂਟ ਅਸੈਂਬਲੀ ਜਿਹੜੀ ਸੀ 1946 ਦੇ ਵਿੱਚ ਬਣ ਚੁੱਕੀ ਸੀ। ਠੀਕ ਹੈ, 1946 ਦੇ ਵਿੱਚ ਆਪਣੀ ਜਿਹੜੀ ਸੀ ਕੰਸਟੀਟਿਊਐਂਟ ਅਸੈਂਬਲੀ ਬਣ ਚੁੱਕੀ ਸੀ। ਇਹ ਆਪਾਂ ਅੱਗੇ ਗੱਲ ਕਰਾਂਗੇ ਕੰਸਟੀਟਿਊਐਂਟ ਅਸੈਂਬਲੀ ਕਿਵੇਂ, ਫਾਰਮੇਸ਼ਨ ਆਫ ਇੰਡੀਅਨ ਕੰਸਟੀਟਿਊਸ਼ਨ ਬਾਰੇ ਆਪਾਂ ਨੈਕਸਟ ਜਿਹੜਾ ਆਪਣਾ ਟੋਪਿਕ ਉਹ ਹੈ, ਤਾਂ ਆਪਾਂ ਉਹਨੂੰ ਆਪਾਂ ਨੈਕਸਟ ਟੋਪਿਕਸ ਦੇ ਵਿੱਚ ਕਵਰ ਕਰਾਂਗੇ।
ਤਾਂ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਵੀ ਜਿਹੜਾ ਹੁਣ ਸੰਵਿਧਾਨ ਬਣਾਇਆ ਜਾਏਗਾ ਕੰਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਦੇ ਵਿੱਚ, ਉਹ ਕੀ ਹੈ ਉਹਨਾਂ ਰਾਜਾਂ 'ਤੇ ਜਾਂ ਉਹਨਾਂ ਵੀ ਇਲਾਕਿਆਂ 'ਤੇ ਲਾਗੂ ਨਹੀਂ ਕੀਤਾ ਜਾਏਗਾ ਜਿਹੜੇ ਕਿ ਵਿਲਿੰਗ ਨਹੀਂ ਹੈਗੇ, ਅਸੈਪਟ ਨਹੀਂ ਕਰਦੇ ਇੰਡੀਅਨ ਐਜ਼ ਅ ਕੰਟਰੀ, ਠੀਕ ਹੈ, ਇੰਡੀਅਨ ਐਜ਼ ਅ ਬੋਸ, ਠੀਕ ਹੈ। ਤਾਂ ਅੱਗੇ ਜਿਹੜਾ ਹੈਗਾ ਨੈਕਸਟ ਜਿਹੜੀ ਉਹਨਾਂ ਨੇ ਗੱਲ ਕੀਤੀ, ਉਹ ਗੱਲ ਕੀਤੀ ਇਸ ਦੇ ਵਿੱਚ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਔਨ ਦਾ ਸੇਮ ਡੇ ਮਤਲਬ ਕਿ 3 ਜੂਨ ਨੂੰ ਹੀ ਕਿ 1947 ਦੇ ਵਿੱਚ ਲਾਰਡ ਮਾਊਂਟਬੈਟਨ ਦ ਵਾਇਸਰਾਏ ਆਫ ਇੰਡੀਆ, ਜਿਹੜਾ ਵਾਇਸਰਾਏ ਆਫ ਇੰਡੀਆ 1947 ਦੇ ਵਿੱਚ ਵਾਇਸਰਾਏ ਹੈਗਾ ਸੀ ਇੰਡੀਆ ਦਾ, ਕੌਣ ਸੀ? ਲਾਰਡ ਮਾਊਂਟਬੈਟਨ, ਠੀਕ ਹੈ, ਧਿਆਨ ਰੱਖਣਾ। ਲਾਰਡ ਮਾਊਂਟਬੈਟਨ ਜਿਹੜਾ ਹੈਗਾ ਸੀ ਉਹ ਕੀ ਹੈਗਾ ਸੀ? ਵਾਇਸਰਾਏ ਆਫ ਇੰਡੀਆ ਸੀ 3 ਜੂਨ 1947, ਮਤਲਬ ਕਿ 1947 ਦੇ ਵਿੱਚ। ਪੁੱਟ ਫੋਰਥ ਦਾ ਪਾਰਟੀਸ਼ਨ ਪਲਾਨ ਨੋਨ ਐਜ਼ ਦਾ ਮਾਊਂਟਬੈਟਨ ਪਲਾਨ, ਠੀਕ ਹੈ। ਔਰ ਮਾਊਂਟਬੈਟਨ ਪਲਾਨ ਨੂੰ ਕੀ ਹੈ? ਪਾਰਟੀਸ਼ਨ ਪਲਾਨ ਜਾਂ ਫਿਰ ਮਾਊਂਟਬੈਟਨ ਪਲਾਨ ਦੇ ਨਾਮ ਨਾਲ ਜਾਣਿਆ ਜਾਂਦਾ, ਜਿਹੜਾ ਕਿ 3 ਜੂਨ 1947 ਦੇ ਵਿੱਚ ਲਿਆਂਦਾ ਗਿਆ ਮਾਊਂਟਬੈਟਨ ਦੁਆਰਾ, ਵਾਇਸਰਾਏ ਆਫ ਇੰਡੀਆ ਦੁਆਰਾ। ਕੀ ਕਿਹਾ ਗਿਆ ਵੀ ਜਿਹੜਾ ਕਿ ਇਹ ਠੀਕ ਹੈ, ਭਾਰਤ ਤੇ ਪਾਕਿਸਤਾਨ ਨਾਮ ਦੇ 2 ਦੇਸ਼ ਬਣਾਏ ਜਾਣਗੇ, ਠੀਕ ਹੈ। ਜਿਹੜੇ ਲੋਕ ਕੀ ਹੈ ਭਾਰਤ ਨਾਲ ਰਲਣਾ ਚਾਹੁੰਦੇ ਨੇ ਉਹ ਭਾਰਤ ਨਾਲ ਉਹਨੂੰ ਐਕਸੀਡ ਕਰਨ, ਠੀਕ ਹੈ। ਜਿਹੜੇ ਲੋਕ ਕੀ ਹੈ ਪਾਕਿਸਤਾਨ ਨਾਲ ਰਲਣਾ ਚਾਹੁੰਦੇ ਨੇ ਉਹ ਪਾਕਿਸਤਾਨ ਨੂੰ ਐਕਸੀਡ ਕਰਨ, ਤੇ ਜਿਹੜੇ ਲੋਕ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਨੇ ਉਹ ਇੰਡੀਪੈਂਡੈਂਟ ਵੀ ਰਹਿ ਸਕਦੇ ਨੇ, ਠੀਕ ਹੈ। ਇਸ ਦੇ ਵਿੱਚ ਇਹ ਗੱਲ ਕੀਤੀ ਕਿ ਪਾਰਟੀਸ਼ਨ ਪਲਾਨ ਲਿਆਂਦਾ ਗਿਆ, ਠੀਕ ਹੈ। ਦ ਪਲਾਨ ਵਾਜ਼ ਅਸੈਪਟਡ ਬਾਈ ਦ ਕਾਂਗਰਸ ਐਂਡ ਦ ਮੁਸਲਿਮ ਲੀਗ। ਹੁਣ ਕੀ ਹੈ ਪਲਾਨ ਜਿਹੜਾ ਹੈਗਾ ਸੀ ਉਹ ਕੀ ਅਸੈਪਟ ਕਰ ਲਿਆ ਗਿਆ ਮੁਸਲਿਮ ਲੀਗ ਤੇ ਕਾਂਗਰਸ ਦੁਆਰਾ, ਠੀਕ ਹੈ। ਹੁਣ ਅੱਗੇ ਆਪਾਂ ਗੱਲ ਕਰਦੇ, ਇਹ ਗੱਲ ਹੋ ਗਈ ਆਪਾਂ ਨੂੰ ਕਿ ਇੱਕ ਓਵਰਵਿਊ ਦੇ ਦਿੱਤਾ ਗਿਆ ਵੀ ਇੰਡੀਪੈਂਡੈਂਸ ਐਕਟ ਜਿਹੜੇ ਵਿੱਚ ਵੀ ਕਿਵੇਂ ਸਟਾਰਟਿੰਗ ਹੋਈ, ਇਹਦੀ ਬ੍ਰਿੰਗਿੰਗ ਕਿਵੇਂ ਲਿਆਂਦੀ ਗਈ, ਮਤਲਬ ਇਹਦੇ ਵਿੱਚ ਕੀ ਚੀਜ਼ਾਂ ਹੈਗੀਆਂ ਸੀ, ਕਿਵੇਂ ਕੀ ਗੱਲ ਹੋਈ, ਠੀਕ ਹੈ। ਤਾਂ ਮੇਨਲੀ ਜਿਹੜਾ ਹੈਗਾ ਮਾਊਂਟਬੈਟਨ ਪਲਾਨ ਜਿਹੜਾ ਇੱਥੇ ਇੰਪੋਰਟੈਂਟ ਹੈਗਾ। ਅੱਗੇ ਤੋਂ ਬਾਕੀ ਤਾਂ ਆਪਾਂ ਜਿਹੜਾ ਹੈਗਾ ਆਪਾਂ ਨੂੰ ਪਤਾ ਹੀ ਹੈ, ਠੀਕ ਹੈ ਵੀ 20 ਫੈਬ 1947 ਦੇ ਐਟਲੇ ਨੇ ਗੱਲ ਕੀਤੀ ਸੀ ਵੀ ਤੁਹਾਨੂੰ ਜਿਹੜਾ ਹੈਗਾ ਇੰਡੀਆ ਦਾ ਰਿਸਪੌਂਸ ਜਿਹੜਾ ਹੈਗਾ ਤੁਹਾਡੇ ਹੱਥਾਂ ਦੇ ਵਿੱਚ ਕਰ ਦਿੱਤਾ ਜਾਏਗਾ ਜੂਨ 30 ਨੂੰ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਗੱਲ ਕਰਦੇ ਇੰਡੀਅਨ ਇੰਡੀਪੈਂਡੈਂਸ ਐਕਟ। ਹੁਣ ਇੰਡੀਅਨ ਇੰਡੀਪੈਂਡੈਂਸ ਐਕਟ ਹੈ ਕੀ ਚੀਜ਼ ਸੀ? ਦਾ ਬਿੱਲ ਵਾਜ਼ ਇੰਟਰੋਡਿਊਸਡ ਇਨ ਦਾ ਬ੍ਰਿਟਿਸ਼ ਪਾਰਲੀਮੈਂਟ ਔਨ ਜੁਲਾਈ 4, ਠੀਕ ਹੈ। ਹੁਣ ਜੁਲਾਈ 4 1947 ਦੇ ਵਿੱਚ 1947 ਦੇ ਵਿੱਚ ਇਹ ਗੱਲ ਕੀਤੀ ਗਈ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਕਿ ਉਹ ਵੀ ਬਿੱਲ ਲਿਆਂਦਾ ਗਿਆ ਐਂਡ ਰਿਸੀਵਡ ਦਾ ਰਾਇਲ ਐਸੈਂਟ ਔਨ ਜੁਲਾਈ 18, ਠੀਕ ਹੈ। ਤੇ ਇਹਨੂੰ ਐਸੈਂਟ ਮਤਲਬ ਕਿ ਪ੍ਰਵਾਨਗੀ ਕਦੋਂ ਮਿਲੀ? ਰਾਇਲ ਪ੍ਰਵਾਨਗੀ ਮਤਲਬ ਕਿ ਬਹੁਤ ਜ਼ਿਆਦਾ ਬਹੁਮਤ ਦੇ ਨਾਲ ਜਿਹੜੀ ਰਾਇਲ ਮਿਲੀ, ਠੀਕ ਹੈ, ਐਂਟਰੀ ਮਿਲੀ ਇੱਕ ਹਿਸਾਬ ਨਾਲ, ਉਹ ਮਿਲੀ ਉਹਨੂੰ ਜੁਲਾਈ 18 ਨੂੰ 1947 ਦੇ ਵਿੱਚ, ਠੀਕ ਹੈ। ਤਾਂ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਇੰਡੀਅਨ ਇੰਡੀਪੈਂਡੈਂਸ ਐਕਟ ਦੇ ਬਾਰੇ ਸਮਝ ਲੱਗ ਗਈ ਹੋਏਗੀ, ਜਿਹੜੀ ਪ੍ਰਵਾਨਗੀ ਕਦੋਂ ਦਿੱਤੀ ਗਈ? ਜੁਲਾਈ 18 1947 ਦੇ ਵਿੱਚ। ਦ ਐਕਟ ਕੇਮ ਇਨਟੂ ਫੋਰਸ ਔਨ ਅਗਸਤ 15 1947। ਹੁਣ ਜਿਹੜਾ ਇਹ ਐਕਟ ਲਾਗੂ ਕਦੋਂ ਹੋਇਆ? ਲਾਗੂ ਹੋਇਆ 15 ਅਗਸਤ 1947 ਨੂੰ, ਜਦੋਂ ਆਪਣਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ। ਬ੍ਰਿਟਿਸ਼ ਲੋਕਾਂ ਨੇ ਕੀ ਆਪਣਾ ਜਿਹੜਾ ਦੇਸ਼ ਹੈਗਾ ਸੀ ਉਹ ਆਪਣੇ ਹੱਥਾਂ ਦੇ ਵਿੱਚ ਕਰ ਦਿੱਤਾ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਗੱਲ ਕਰਦੇ ਹਾਂ ਫੀਚਰਸ ਆਫ ਦ ਐਕਟ, ਠੀਕ ਹੈ। ਹੁਣ ਇਹ ਐਕਟ ਦੇ ਫੀਚਰਸ ਕੀ ਹੈਗੇ ਸੀ? ਇੰਡੀਅਨ ਇੰਡੀਪੈਂਡੈਂਸ ਐਕਟ ਦੇ ਫੀਚਰਸ ਕੀ ਹੈਗੇ ਸੀ? ਕੀ ਮੇਨ ਗੱਲ ਹੈਗੀ ਸੀ ਇਹਦੇ ਵਿੱਚ? ਸਭ ਤੋਂ ਮੇਨ ਗੱਲ ਇਹ ਹੈਗੀ ਸੀ ਇਟ ਐਂਡਡ ਦਾ ਬ੍ਰਿਟਿਸ਼ ਰੂਲ ਇਨ ਇੰਡੀਆ ਐਂਡ ਡਿਕਲੇਅਰ ਇੰਡੀਆ ਐਜ਼ ਅ ਇੰਡੀਪੈਂਡੈਂਟ ਐਂਡ ਸੋਵਰਨ ਸਟੇਟ ਫਰੋਮ ਅਗਸਤ 15 1947। ਹੁਣ ਕੀ ਹੈ ਇਹਨਾਂ ਨੇ ਕੀ ਕੀਤਾ ਵੀ ਬ੍ਰਿਟਿਸ਼ ਰੂਲ ਜਿਹੜਾ ਹੈਗਾ ਸੀ ਭਾਰਤ ਦੇ ਵਿੱਚ ਕਿ ਉਹਨੂੰ ਪੂਰੀ ਤਰ੍ਹਾਂ ਇੰਡੀਪੈਂਡੈਂਟ ਮਤਲਬ ਆਜ਼ਾਦ ਕੋਸ਼ਿਸ਼ ਕਰ ਦਿੱਤਾ ਗਿਆ ਤੇ ਸੋਵਰਨ ਦਾ ਮਤਲਬ ਕਿ ਸੀ ਬਿਨਾਂ ਕਿਸੇ ਦਬਾਅ ਦੇ ਹੋਣ ਕਿ ਉਹ ਆਪਣੇ ਫੈਸਲੇ ਖੁਦ ਲੈ ਸਕਦਾ ਸੀ। ਇਹ ਨਹੀਂ ਗਾ ਵੀ ਕੋਈ ਇੰਟਰਨਲ ਜਾਂ ਐਕਸਟਰਨਲ ਐਗਰੈਸ਼ਨ ਜਾਂ ਫਿਰ ਕੋਈ ਵੀ ਜਿਹੜੀ ਹੈਗੀ ਬੋਡੀ ਹੈਗੀ ਹੈ, ਚਾਹੇ ਉਹ ਕੀ ਹੈ ਉਸ ਟਾਈਮ ਕੀ ਬ੍ਰਿਟਿਸ਼ ਵੀ ਹੈਗਾ ਸੀ ਨਾ, ਬ੍ਰਿਟੇਨ ਵੀ ਹੈਗਾ ਸੀ, ਉਹ ਵੀ ਨੇ ਆਪਾਂ ਨੂੰ ਕੀ ਜਿਹੜਾ ਹੈਗਾ 15 ਅਗਸਤ 1947 ਤੋਂ ਬਾਅਦ ਕੀ ਆਪਾਂ ਨੂੰ ਕੀ ਫੋਰਸ ਨਹੀਂ ਕਰ ਸਕਦਾ ਸੀ, ਠੀਕ ਹੈ। ਤਾਂ ਇਹ ਗੱਲ ਹੋ ਗਈ। ਫਸਟ ਫੀਚਰ ਜਿਹੜਾ ਹੈਗਾ ਸੀ, ਫਸਟ ਇੰਪੋਰਟੈਂਟ ਫੀਚਰ ਜਿਹੜਾ ਹੈਗਾ ਸੀ ਇਸ ਐਕਟ ਦਾ ਇਹ ਹੈ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਗੱਲ ਕਰਦੇ ਹਾਂ ਸੈਕਿੰਡ ਫੀਚਰ ਦੀ। ਇਟ ਪ੍ਰੋਵਾਈਡਡ ਫॉर द ਪਾਰਟੀਸ਼ਨ ਆਫ ਇੰਡੀਆ ਐਂਡ ਕ੍ਰੀਏਸ਼ਨ ਆਫ 2 ਇੰਡੀਪੈਂਡੈਂਟ ਡੋਮੀਨੀਅਨਸ ਆਫ ਇੰਡੀਆ ਐਂਡ ਪਾਕਿਸਤਾਨ ਵਿਚ ਸੈਸੀਡ ਫਰੋਮ ਬ੍ਰਿਟਿਸ਼ ਕਾਮਨਵੈਲਥ, ਠੀਕ ਹੈ। ਹੁਣ ਮਤਲਬ ਕੀ ਹੈਗਾ ਇਹਦੇ ਵਿੱਚ ਗੱਲ ਕੀਤੀ ਕਿ ਵੀ ਜਿਹੜਾ ਹੈਗਾ ਪਾਰਟੀਸ਼ਨ ਕੀਤੀ ਜਾਏਗੀ, ਉਹ ਆਪਾਂ ਗੱਲ ਕਰ ਹੀ ਰਹੇ। ਪਾਰਟੀਸ਼ਨ ਕਿਵੇਂ ਹੋਵੇਗੀ? 2 ਹਿੱਸਿਆਂ ਦੇ ਵਿੱਚ ਪਾਰਟੀਸ਼ਨ ਹੋਏਗੀ। ਕਿਵੇਂ? ਜਿਹੜੇ ਲੋਕ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਿਹੜੇ ਇੰਡੀਆ ਦਾ ਪਾਰਟ ਬਣਨਾ ਚਾਹੁੰਦੇ ਨੇ ਉਹ ਇੰਡੀਆ ਨੂੰ ਸੈਸੀਡ ਕਰ ਲੈਂਦੇ ਨੇ, ਤੇ ਜਿਹੜੇ ਕੀ ਹੈ ਪਾਕਿਸਤਾਨ ਨੂੰ ਸੈਸੀਡ ਕਰਨਾ ਚਾਹੁੰਦੇ ਨੇ, ਪਾਕਿਸਤਾਨ ਦਾ ਪਾਰਟ ਬਣਨੇ, ਉਹ ਕੀ ਪਾਕਿਸਤਾਨ ਨੂੰ ਸੈਸੀਡ ਕਰ ਦੇਣ। ਤੇ ਜਿਹੜਾ ਹੈਗਾ ਸੀ ਇੱਕ ਗੱਲ ਹੋਰ, ਇਹ ਬ੍ਰਿਟਿਸ਼ ਕਾਮਨਵੈਲਥ ਤੋਂ ਕੀ ਇਹਨਾਂ ਨੂੰ ਜਿਹੜੀ ਕਿ ਆਜ਼ਾਦੀ ਮਿਲ ਗਈ ਸੀ, ਠੀਕ ਹੈ। ਆਜ਼ਾਦੀ ਕਿਵੇਂ ਮਿਲੀ? ਕਿਉਂਕਿ ਬ੍ਰਿਟਿਸ਼ਰਸ ਨੇ ਕੀ ਹੈ ਇੰਡੀਪੈਂਡੈਂਸ ਐਕਟ ਇਸ ਕਰਕੇ ਲਿਆਂਦਾ ਸੀ ਵੀ ਤੁਹਾਨੂੰ ਹੁਣ ਕੀ ਅੱਜ ਤੋਂ ਬਾਅਦ ਅਸੀਂ ਆਜ਼ਾਦ ਕਰਦੇ, ਸਾਡਾ ਕੋਈ ਵੀ ਰੂਲ ਇੱਥੇ ਜਿਹੜਾ ਹੈਗਾ ਵਰਕ ਨਹੀਂ ਕਰੇਗਾ। ਜੋ ਤੁਸੀਂ ਬਣਾਏਗਾ, ਜੋ ਤੁਹਾਨੂੰ ਸਹੀ ਲੱਗੇਗਾ, ਤੁਸੀਂ ਉਹ ਜਿਹੜਾ ਹੈਗਾ ਕਾਨੂੰਨ ਬਣਾਓ, ਤੁਸੀਂ ਆਦੀ ਕੰਟਰੀ ਨੂੰ ਆਦੀ ਮਰਜ਼ੀ ਨਾਲ ਰੂਲ ਕਰੋ, ਠੀਕ ਹੈ। ਤਾਂ ਇਹਦੇ ਵਿੱਚ ਇਹ ਗੱਲ ਕੀਤੀ ਗਈ।
आई होप गाइज ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਹੁਣ ਇੱਕ ਗੱਲ ਹੈ ਬ੍ਰਿਟਿਸ਼ ਕਾਮਨਵੈਲਥ ਕੀ ਹੈ। ਬ੍ਰਿਟਿਸ਼ ਕਾਮਨਵੈਲਥ ਦਾ ਮਤਲਬ ਹੈਗਾ ਜਿਹੜੀ ਟੈਰੀਟਰੀਜ਼ ਕੀ ਹੈ ਪਹਿਲਾਂ ਕਿ ਬ੍ਰਿਟਿਸ਼ ਇੰਡੀਆ ਦੇ ਵਿੱਚ ਆਉਂਦੀਆਂ ਸੀ ਉਹਨੂੰ ਕਿ ਬ੍ਰਿਟਿਸ਼ ਕਾਮਨਵੈਲਥ ਵੀ ਕਹਿ ਦਿੱਤਾ ਜਾਂਦਾ, ਠੀਕ ਹੈ, ਜਾਂ ਫਿਰ ਬ੍ਰਿਟਿਸ਼ਰਸ ਦੇ ਅੰਡਰ ਜਿਹੜੀਆਂ ਕਲੋਨੀਜ਼ ਰਹੀਆਂ ਨੇ ਉਹਨਾਂ ਨੂੰ ਕੀ ਹੈ ਬ੍ਰਿਟਿਸ਼ ਕਾਮਨਵੈਲਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਗਰੁੱਪ ਹੈਗਾ 56 ਕੰਟਰੀ ਦਾ, ਆਈ ਥਿੰਕ ਸੋ, ਠੀਕ ਹੈ। ਅੱਗੇ ਗੱਲ ਕਰਦੇ ਹਾਂ, ਇਟ ਅਬੋਲਿਸ਼ ਦਾ ਆਫਿਸ ਆਫ ਵਾਇਸਰਾਏ ਐਂਡ ਪ੍ਰੋਵਾਈਡਡ ਫॉर ਈਚ ਡੋਮੀਨੀਅਨ, ਠੀਕ ਹੈ। ਹੁਣ ਕੀ ਹੈ ਉਹ ਸਭ ਤੋਂ ਪਹਿਲਾਂ ਕੀ ਵਾਇਸਰਾਏ ਆਫ ਇੰਡੀਆ ਦਾ ਉਹਨਾਂ ਨੇ ਕੀ ਜਿਹੜਾ ਹੈਗਾ ਜਿਹੜਾ ਮਤਲਬ ਕਿ ਆਫਿਸ ਸੀ ਉਹਨੂੰ ਖਤਮ ਕਰ ਦਿੱਤਾ ਗਿਆ, ਠੀਕ ਹੈ। ਹਰੇਕ ਸਟੇਟ ਦੇ ਹਰੇਕ ਜਿਹੜੀ ਡੋਮੀਨੀਅਨ ਹੈਗਾ ਸੀ, ਹਰੇਕ ਜਿਹੜਾ ਸੂਬਾ ਹੈਗਾ ਸੀ ਉਹਨੂੰ ਕੀ ਹੈ ਗਵਰਨਰ ਜਨਰਲ ਜਿਹੜਾ ਹੈਗਾ ਗਵਰਨਰ ਜਨਰਲ ਦਿੱਤਾ ਗਿਆ, ਠੀਕ ਹੈ। who was to be appointed by the British King on the advice of the Dominion Cabinet। ਹੁਣ ਮਤਲਬ ਕਿ ਡੋਮੀਨੀਅਨ ਮਤਲਬ ਸੂਬੇ ਦੀ ਜਿਹੜੀ ਹੈਗੀ ਸਰਕਾਰ ਹੈਗੀ ਸੀ, ਸੂਬੇ ਦੀ ਕਾਉਂਸਿਲ ਹੈਗੀ ਸੀ ਜਾਂ ਫਿਰ ਸੂਬੇ ਦੇ ਉਸ ਟਾਈਮ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਸੀ ਉਹਨਾਂ ਨੂੰ ਕੀ ਹੈ ਉਹ ਜਿਹੜੇ ਹੈਗੇ ਸੀ ਉਹਨਾਂ ਨੂੰ ਸਲਾਹ ਦਿੰਦੇ ਸੀ ਕਿ ਇਹਨੂੰ ਬ੍ਰਿਟਿਸ਼ ਕਿੰਗ ਨੂੰ, ਅਤੇ ਉਹ ਬ੍ਰਿਟਿਸ਼ ਕਿੰਗ ਕੀ ਹੈ ਉਹਨਾਂ ਦੇ ਬਿਹਾਫ 'ਤੇ ਕਿ ਉਹਨੂੰ ਜਿਹੜਾ ਹੈਗਾ ਸੀ ਗਵਰਨਰ ਜਨਰਲ ਨੂੰ ਜਿਹੜਾ ਡੋਮੀਨੀਅਨ ਦਾ ਗਵਰਨਰ ਜਨਰਲ ਨੂੰ ਕੀ ਅਪੋਇੰਟ ਕਰਦਾ ਸੀ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹ ਵੀ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਗੱਲ ਕਰਦੇ ਹਾਂ ਇਟ ਐਮਪਾਵਰ ਦਾ ਕਨਸਟੀਟਿਊਐਂਟ ਅਸੈਂਬਲੀ, ਠੀਕ ਹੈ। ਹੁਣ ਕਿ ਐਮਪਾਵਰ ਮਤਲਬ ਕਿ ਸ਼ਕਤੀ ਦਿੰਦਾ ਹੈ, ਕਨਸਟੀਟਿਊਐਂਟ ਅਸੈਂਬਲੀ ਨੂੰ ਸ਼ਕਤੀ ਦਿੰਦਾ ਹੈ of the two dominions to frame and adopt any constitution for their respective nations and to repeal any act of the British Parliament। ਹੁਣ ਮਤਲਬ ਕਿ ਉਹਨਾਂ ਨੇ ਕਨਸਟੀਟਿਊਐਂਟ ਅਸੈਂਬਲੀ ਨੂੰ ਦੋਵਾਂ ਦੇਸ਼ਾਂ ਦੀ ਕਨਸਟੀਟਿਊਐਂਟ ਅਸੈਂਬਲੀ ਨੂੰ ਸ਼ਕਤੀ ਦਿੱਤੀ ਗਈ, ਭਾਰਤ ਦੀ ਅਤੇ ਪਾਕਿਸਤਾਨ ਦੀ, ਵੀ ਕਿ ਤੁਸੀਂ ਜਿਹੜਾ ਹੈਗਾ ਸੰਵਿਧਾਨ ਆਪਦਾ ਸੰਵਿਧਾਨ ਬਣਾਓ, ਅਤੇ ਜਿੰਨਾ ਟਾਈਮ ਤੱਕ ਸੰਵਿਧਾਨ ਨਹੀਂ ਬਣਦਾ ਉਹਨਾਂ ਟਾਈਮ ਤੁਸੀਂ ਜਿਹੜਾ ਹੈਗਾ ਜਿਹੜੇ ਤੁਹਾਨੂੰ ਕਾਨੂੰਨ ਦਿੱਤੇ ਗਏ ਮਤਲਬ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਵਾਲਾ ਦਿੱਤਾ ਗਿਆ ਜਾਂ ਉਸ ਤੋਂ ਪਹਿਲਾਂ ਕੁਛ ਪ੍ਰੋਵੀਜ਼ਨ ਦਿੱਤੇ ਗਏ ਨੇ ਉਹ ਸਾਰੀਆਂ ਕੰਬਾਈਨ ਲੈ ਕੇ ਯੂਜ਼ ਕਰੋ। ਜੇ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਚੇਂਜ ਲਿਆਉਣ ਦੀ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਉਹ ਵੀ ਜਿਹੜਾ ਚੇਂਜ ਲਿਆ ਸਕਦੇ ਜੀ। ਤਾਂ ਇਹ ਜਿਹੜਾ ਹੈਗਾ ਸੀ ਇੱਕ ਇੰਡੀਪੈਂਡੈਂਟ ਕੰਟਰੀ ਵਾਸਤੇ ਮੋਸਟ ਇੰਪੋਰਟੈਂਟ ਜਿਹੜੇ ਹੈਗੇ ਸੀ ਪੁਆਇੰਟਸ ਹੈਗੇ ਸੀ, ਇਸ ਕਰਕੇ ਜਿਹੜਾ ਹੈਗਾ ਇਹਨੂੰ ਲਿਆਂਦਾ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਜਿਹੜਾ ਪੁਆਇੰਟ ਹੈਗਾ, ਨੈਕਸਟ ਪੁਆਇੰਟ ਗੱਲ ਕਰਦਾ ਹੈ it empowered the constituent assembly of both the dominions to legislate for their respective territories till the new constitution were drafted and enforced। ਹੁਣ ਕੀ ਗੱਲ ਕੀਤੀ ਗਈ ਮਤਲਬ ਕਿ ਇਹ ਵੀ ਜਿਹੜੇ ਕਨਸਟੀਟਿਊਐਂਟ ਅਸੈਂਬਲੀ ਹੈਗੀ ਨਾ ਉਹ ਦੋਵੇਂ ਦੇਸ਼ਾਂ ਦੀ ਕਨਸਟੀਟਿਊਐਂਟ ਅਸੈਂਬਲੀ ਨੂੰ ਕਿਹਾ ਗਿਆ ਵੀ ਤੁਸੀਂ ਜਿਹੜੇ ਹੈਗੇ ਨਾ ਆਦੇ ਰਿਸਪੈਕਟਿਵ ਟੈਰੀਟਰੀਜ਼ ਮਤਲਬ ਜਿਹੜੇ ਤੁਹਾਡੇ ਸੂਬੇ ਹੈਗੇ ਨੇ ਜਿਹੜੇ ਤੁਹਾਡੇ ਇਲਾਕੇ ਹੈਗੇ ਨੇ ਉਹਨੂੰ ਆਦੀ ਮਰਜ਼ੀ ਨਾਲ ਤੁਸੀਂ ਜਿਹੜਾ ਹੈਗਾ ਉਹਨੂੰ ਕੀ ਹੈ ਮਤਲਬ ਆਦੀ ਮਰਜ਼ੀ ਨਾਲ ਚਲਾ ਸਕਦੇ ਜੇ, ਲੈਜਿਸਲੇਟ ਉਹਨੂੰ ਕਰ ਸਕਦੇ ਹੋ, ਆਦੀ ਮਰਜ਼ੀ ਨਾਲ ਚਲਾਓ, ਜਿਵੇਂ ਤੁਹਾਡਾ ਦਿਲ ਕਰਦਾ ਉਵੇਂ ਚਲਾਓ, ਠੀਕ ਹੈ। ਜਿੰਨਾ ਟਾਈਮ ਤੱਕ ਤੁਹਾਡਾ ਕਨਸਟੀਟਿਊਸ਼ਨ ਨਹੀਂ ਬਣਦਾ ਤਾਂ ਤੁਸੀਂ ਕੀ ਜਿਹੜਾ ਹੈਗਾ ਪੁਰਾਣੇ ਰੂਲਸ ਨੂੰ ਫੋਲੋ ਕਰੋ, ਅਤੇ ਇਹ ਗੱਲ ਆਪਾਂ ਪਹਿਲਾਂ ਵੀ ਕਰ ਲਈਏ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਨੈਕਸਟ ਪੁਆਇੰਟ ਜਿਹੜਾ ਕਰਦੇ ਆ ਉਹ ਹੈਗਾ ਇਟ ਐਬੋਲਿਸ਼ ਦਾ ਆਫਿਸ ਆਫ ਦਾ ਸੈਕਰਟਰੀ ਆਫ ਸਟੇਟ, ਠੀਕ ਹੈ। ਹੁਣ ਕੀ ਹੈ ਸੈਕਰਟਰੀ ਆਫ ਸਟੇਟ ਜਿਹੜਾ ਹੈਗਾ ਸੀ ਉਹਦਾ ਆਫਿਸ ਕੀ ਖਤਮ ਕਰ ਦਿੱਤਾ ਗਿਆ ਇਸ ਐਕਟ ਦੇ ਵਿੱਚ, ਉਹਦਾ ਆਫਿਸ ਕੀ ਖਤਮ ਕਰ ਦਿੱਤਾ ਗਿਆ ਪੂਰੀ ਤਰ੍ਹਾਂ, ਠੀਕ ਹੈ। ਐਂਡ ਫॉर ਇੰਡੀਆ ਐਂਡ ਟ੍ਰਾਂਸਫਰਡ ਹਿਜ਼ ਫੰਕਸ਼ਨਸ ਟੂ ਦਾ ਸੈਕਰਟਰੀ ਆਫ ਸਟੇਟ ਫॉर ਕਾਮਨਵੈਲਥ ਅਫੇਅਰਸ। ਮਤਲਬ ਕਿ ਸੈਕਰਟਰੀ ਆਫ ਸਟੇਟ ਕੀ ਮਤਲਬ ਕਿ ਇੱਕ ਸਟੇਟ ਜਿਹੜੀ ਹੈ ਇੱਕ ਰਾਜ ਦਾ ਕੀ ਹੁਣ ਸੈਕਰਟਰੀ ਆਫ ਸਟੇਟ ਜਿਹੜਾ ਅਪੋਇੰਟ ਕਰ ਦਿੱਤਾ ਗਿਆ, ਉਹ ਕੀ ਹੈ ਉਹ ਆਦੇ ਪਾਵਰਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਜਿਹੜੇ ਉਹਨੂੰ ਸਬਜੈਕਟਸ ਦੇ ਵਿੱਚ ਪਾਵਰਸ ਦਿੱਤੀਆਂ ਗਈਆਂ ਸੀ ਉਸ ਅਕੋਰਡਿੰਗਲੀ ਉਹ ਵਰਕ ਕਰੇਗਾ, ਠੀਕ ਹੈ। ਬਾਕੀ ਕੀ ਹੈ ਆਫਿਸ ਆਫ ਜਿਹੜਾ ਸੈਕਰਟਰੀ ਫॉर ਇੰਡੀਆ ਜਿਹੜਾ ਹੈਗਾ ਸੀ ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਇਸ ਐਕਟ ਦੇ ਵਿੱਚ। ਮਤਲਬ ਕੀ ਹੈ ਨਾ ਵੀ ਇਸ ਐਕਟ ਦੇ ਵਿੱਚ ਕੀ ਕੀਤਾ ਗਿਆ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਨੇ ਆਪਾਂ ਨੂੰ ਜਿਹੜੀ ਹੈਗੀ ਸੀ ਅਤੇ ਆਦੇ ਅਕੋਰਡਿੰਗਲੀ ਜਿਹੜੇ ਆਫਿਸਰਸ ਨੂੰ ਇਹ ਇੱਕ ਆਪਣੇ ਉੱਪਰ ਜਿਹੜਾ ਰੱਖਿਆ ਸੀ ਵਾਇਸਰੋਏ ਆਫ ਇੰਡੀਆ, ਗਵਰਨਰ ਜਨਰਲ ਆਫ ਇੰਡੀਆ, ਠੀਕ ਹੈ, ਜਾਂ ਫਿਰ ਸੈਕਰਟਰੀਜ਼ ਜਿਹੜੇ ਹੈਗੇ ਸੀ ਉਹ ਸਾਰਿਆਂ ਨੂੰ ਕੀ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਪੋਜੀਸ਼ਨ ਨੂੰ ਖਤਮ ਕਰ ਰੱਖੇ ਤਾਂ ਉਹਨਾਂ ਨੂੰ ਕੀ ਜਿਹੜੀ ਕਿ ਨਵੀਆਂ ਪੋਜੀਸ਼ਨ ਦਿੱਤੀਆਂ ਗਈਆਂ ਜਿਸ ਕਾਰਨ ਕਿ ਉਹ ਜਿਹੜਾ ਹੈਗਾ ਆਦੇ ਚੰਗੀ ਤਰ੍ਹਾਂ ਜਿਹੜਾ ਹੈਗਾ ਰੂਲ ਕਰ ਸਕਦੇ ਸੀ, ਠੀਕ ਹੈ, ਵੀ ਆਦੀ ਮਰਜ਼ੀ ਨਾਲ ਜਿਹੜੇ ਕਿ ਕੰਟਰੀ ਨੂੰ ਚਲਾ ਸਕਦੇ ਸੀ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਗੱਲ ਕਰਦੇ ਹਾਂ ਇਟ ਅਬੋਲਿਸ਼ ਦਾ ਆਫਿਸ ਆਫ ਸੈਕਰਟਰੀ ਆਫ ਸਟੇਟ, ਠੀਕ ਹੈ, ਇਹ ਆਪਾਂ ਗੱਲ ਕਰ ਲਈ। ਅੱਗੇ ਨੈਕਸਟ ਜਿਹੜਾ ਪੁਆਇੰਟ ਹੈਗਾ ਉਹ ਗੱਲ ਕਰਦਾ ਹੈ ਇਟ ਗ੍ਰਾਂਟਡ ਦਾ ਫਰੀडम ਟੂ ਦਾ ਇੰਡੀਅਨ ਪ੍ਰਿੰਸਲੀ ਸਟੇਟਸ, ਠੀਕ ਹੈ। ਹੁਣ ਕੀ ਇਹ ਗ੍ਰਾਂਟ ਕੀ ਕੀਤੀ ਗਈ ਉਹਨਾਂ ਨੂੰ ਕੀ ਗ੍ਰਾਂਟ ਮਤਲਬ ਪਾਵਰ ਦਿੱਤੀ ਗਈ ਕਿ ਇਹਨਾਂ ਨੂੰ ਇੰਡੀਅਨ ਪ੍ਰਿੰਸਲੀ ਸਟੇਟਸ ਨੂੰ ਇਧਰ ਟੂ ਜੁਆਇਨ ਦਾ ਡੋਮੀਨੀਅਨ, ਜਾਂ ਤਾਂ ਕਿ ਤੁਸੀਂ ਕਿਹੜੀ ਵੀ ਮਰਜ਼ੀ ਡੋਮੀਨੀਅਨ ਚੂਜ਼ ਕਰ ਲਓ ਇੰਡੀਆ ਨੂੰ ਜਾਂ ਪਾਕਿਸਤਾਨ ਨੂੰ, ਜਾਂ ਫਿਰ ਕੀ ਇੰਡੀਪੈਂਡੈਂਟ ਰਹਿ ਸਕਦੇ। ਤਾਂ ਆਈ ਹੋਪ ਗਾਈਜ਼ ਜਿਨ੍ਹਾਂ ਨੇ ਪ੍ਰੀ ਇੰਡੀਪੈਂਡੈਂਸ ਐਰਾ ਦੇ ਬਾਰੇ ਪੜ੍ਹਿਆ ਹੋਇਆ ਤਾਂ ਉਹਦਾ ਵਿੱਚ ਜਿਹੜਾ ਹੈਗਾ ਸੀ ਕਈ ਜਿਹੜੇ ਇਲਾਕੇ ਹੈਗੇ ਸੀ ਜੂਨਾਗੜ੍ਹ ਹੈਗਾ ਸੀ, ਠੀਕ ਹੈ, ਅਤੇ
ਜੰਮੂ ਕਸ਼ਮੀਰ ਤਾਂ ਪਹਿਲਾਂ ਹੀ ਹੈਗਾ ਸੀ, ਹੈਦਰਾਬਾਦ ਹੈਗਾ ਸੀ। ਇਸ ਤਰ੍ਹਾਂ ਸਟੇਟਸ ਜਿਹੜੀ ਹੈਗੀ ਸੀ ਉਹ ਕੀ ਜਿਹੜੀ ਹੈਗੀ ਸੀ ਇੰਡੀਪੈਂਡੈਂਟ ਰਹਿਣਾ ਚਾਹੁੰਦੀਆਂ ਸੀ। ਬਟ ਫਿਰ ਕੀ ਜਿਹੜਾ ਹੈਗਾ ਸੀ ਆਪਣੇ ਲੋਹ ਪੁਰਸ਼ ਕੌਣ, ਸਰਦਾਰ ਵੱਲਭ ਭਾਈ ਪਟੇਲ ਨੇ ਕੀ ਕੀਤਾ ਸੀ, ਆਪਣੇ ਜਿਹੜੇ ਅਕੋਰਡਿੰਗਲੀ ਉਹਨਾਂ ਨੇ ਨੈਗੋਸ਼ੀਏਟ ਕੀਤਾ, ਉਹਨਾਂ ਨੂੰ ਕੀ ਮਨਾਇਆ ਤਾਂ ਉਹਨਾਂ ਨੂੰ ਕੀ ਹੈ ਜਿਹੜਾ ਭਾਰਤ ਦੇ ਵਿੱਚ ਜਿਹੜਾ ਹੈਗਾ ਸ਼ਾਮਿਲ ਕੀਤਾ। ਤਾਂ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਨੈਕਸਟ ਪੁਆਇੰਟ ਵੱਲ ਆਪਾਂ ਵਧਦੇ ਹਾਂ। ਨੈਕਸਟ ਪੁਆਇੰਟ ਅੱਗੇ ਗੱਲ ਕਰਦਾ ਹੈ, it provided for the governance of each of the dominions and provisions by the government of India Act 1935। तो ਹੁਣ ਕੀ ਹੈ ਉਹਨਾਂ ਨੂੰ ਕਿਹਾ ਗਿਆ, ਮਤਲਬ ਹਰੇਕ ਡੋਮੀਨੀਅਨ ਨੂੰ, ਚਾਹੇ ਉਹ ਪਾਕਿਸਤਾਨ ਹੈ ਚਾਹੇ ਇੰਡੀਆ, ਦੋਨੋਂ ਡੋਮੀਨੀਅਨ ਨੂੰ ਕਿਹਾ ਗਿਆ ਵੀ ਤੁਸੀਂ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅਕੋਰਡਿੰਗ ਕੀ ਹੈ ਤੁਸੀਂ ਵਰਕ ਕਰਦੇ ਰਹੋ, ਠੀਕ ਹੈ। ਉਸ ਅਕੋਰਡਿੰਗ ਉਹਦੀ ਪ੍ਰੋਵੀਜ਼ਨ ਦੇ ਅਕੋਰਡਿੰਗ ਜਿਹੜਾ ਆਪਦਾ ਦੇਸ਼ ਚਲਾਈ ਚਲੋ ਟਿਲ ਦਾ ਨਿਊ ਕਨਸਟੀਟਿਊਸ਼ਨ ਵਰ ਫਰੇਮਡ, ਜਦੋਂ ਤੱਕ ਤੁਹਾਡਾ ਨਵਾਂ ਸੰਵਿਧਾਨ ਬਣ ਨਹੀਂ ਜਾਂਦਾ, ਠੀਕ ਹੈ। ਜਦੋਂ ਨਵਾਂ ਸੰਵਿਧਾਨ ਬਣ ਜਾਏ ਦੇਸ਼ ਦੇ ਲਾਗੂ ਕਰੋ ਤੇ ਆਪਣੀ ਮਰਜ਼ੀ ਨਾਲ ਜਿਹੜਾ ਹੈਗਾ ਦੇਸ਼ ਚਲਾਓ। ਦ ਡੋਮੀਨੀਅਨਸ ਅਲਾਊਡ ਟੂ ਮੇਕ ਮੋਡੀਫਿਕੇਸ਼ਨਸ ਇਨ ਦਾ ਐਕਟ, ਠੀਕ ਹੈ। ਤੇ ਡੋਮੀਨੀਅਨਸ ਨੂੰ ਜਿਹੜਾ ਹੈਗਾ ਸੀ ਨਾ ਮੋਡੀਫਿਕੇਸ਼ਨ ਮਤਲਬ ਕਿ ਉਹਦੇ ਵਿੱਚ ਚੇਂਜ ਵੀ, ਉਹਦੇ ਵਿੱਚ ਸੋਧ ਵੀ ਕਰ ਸਕਦੇ ਸੀ ਉਹ ਆਪਣੀ ਮਰਜ਼ੀ ਨਾਲ, ਜੋ ਉਹਨਾਂ ਲੱਗਦਾ ਵੀ ਫਲਾਣਾ ਜਿਹੜੀ ਆਹ ਚੀਜ਼ ਜਿਹੜਾ ਆਹ ਪੁਆਇੰਟ ਹੈਗਾ ਜਾਂ ਐਕਟ ਹੈ ਜਾਂ ਕਾਨੂੰਨ ਜਿਹੜਾ ਹੈਗਾ ਇਹ ਸਾਡੇ ਦੇਸ਼ ਲਈ ਐਪਰੋਪ੍ਰੀਏਟ ਨਹੀਂ ਹੈਗਾ ਜਾਂ ਫਿਰ ਇਹਨੂੰ ਕੀ ਹੋਰ ਚੰਗੀ ਤਰ੍ਹਾਂ ਲਿਆਉਣ ਦੀ ਜ਼ਰੂਰਤ ਹੈ, ਤਾਂ ਆਪਣੀ ਮਰਜ਼ੀ ਨਾਲ ਜਿਵੇਂ ਵੀ ਕਰਨਾ ਚਾਹੁੰਦੇ ਸੀ ਚੇਂਜ ਕਰ ਸਕਦੇ ਸੀ। आई होप गाइज ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਨੈਕਸਟ ਆਪਣੇ ਜਿਹੜੇ ਹੈਗਾ ਫੀਚਰਸ ਵੱਲ ਵਧਦੇ। ਦੇਖੋ ਇਹ ਜਿਹੜਾ ਹੈਗਾ ਨਾ ਇਹ ਬਹੁਤ ਇੰਪੋਰਟੈਂਟ ਐਕਟ ਹੈਗਾ ਜਿਹਦੇ ਵਿੱਚ ਆਪਾਂ ਨੂੰ ਕੀ ਪਤਾ ਲੱਗ ਜਾਏਗਾ ਵੀ ਹੁਣ ਜਿਹੜਾ ਹੈਗਾ ਦੇਸ਼ ਕੇ ਹਿਸਾਬ ਨਾਲ ਜਿਹੜਾ ਹੈਗਾ ਉਸ ਤੋਂ ਬਾਅਦ ਆਪਣੀ ਇੰਡੀਪੈਂਡੈਂਸ ਐਕਟ ਦੇ ਵਿੱਚ ਜਿਹੜਾ ਹੈਗਾ ਦੇਸ਼ ਨੂੰ ਕਿਸ ਹਿਸਾਬ ਨਾਲ ਚੱਲਣ ਦੀ ਜਿਹੜੀ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਸੀ, ਤਾਂ ਇਹਨੂੰ ਜਿਹੜਾ ਹੈਗਾ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅੱਗੇ ਗੱਲ ਕਰਦੇ ਆ, ਇਟ ਡੈਜ਼ਿਗਨੇਟਡ ਦ ਗਵਰਨਰ ਜਨਰਲ ਆਫ ਇੰਡੀਆ ਐਂਡ ਦ ਪ੍ਰੋਵਿੰਸ਼ੀਅਲ ਗਵਰਨਰਸ ਐਜ਼ ਕਨਸਟੀਟਿਊਸ਼ਨਲ ਹੈਡਸ ਆਫ ਦਾ ਸਟੇਟ, ਠੀਕ ਹੈ। ਹੁਣ ਮਤਲਬ ਕਿ ਗਵਰਨਰ ਜਨਰਲ ਆਫ ਇੰਡੀਆ ਜਿਹੜਾ ਕਿ ਸਪੋਜ਼ ਕਰ ਲਓ ਪ੍ਰੈਜ਼ੀਡੈਂਟ ਹੀ ਹੈ ਇੱਕ ਹਿਸਾਬ ਦਾ, ਠੀਕ ਹੈ। ਅਤੇ ਜਿਹੜਾ ਗਵਰਨਰਸ ਹੈਗੇ ਸੀ ਉਹਨਾਂ ਨੂੰ ਕੀ ਜਿਹੜਾ ਹੈਗਾ ਸੀ ਨਾ ਕਨਸਟੀਟਿਊਸ਼ਨਲ ਹੈਡਸ ਬਣਾ ਦਿੱਤਾ ਗਿਆ ਸਟੇਟਸ ਦੇ, ਮਤਲਬ ਕਿ ਗਵਰਨਰ ਜਨਰਲ ਆਫ ਇੰਡੀਆ ਪੂਰੇ ਇੰਡੀਆ ਲੈਵਲ 'ਤੇ ਅਤੇ ਜਿਹੜੇ ਗਵਰਨਰਸ ਜਿਹੜੇ ਹੈਗੇ ਨਾ ਉਹ ਕੀ ਸਟੇਟ ਲੈਵਲ 'ਤੇ ਉਹ ਕੀ ਵੀ ਅਕੋਰਡਿੰਗਲੀ ਕੀ ਉਹ ਜਿਹੜਾ ਹੈਗਾ ਆਪਦੀ ਮਰਜ਼ੀ ਨਾਲ ਜਿਹੜਾ ਹੈਗਾ ਕੁਛ ਨਾ ਕੁਛ ਜਿਹੜੇ ਚੇਂਜਿਸ ਕਰ ਸਕਦੇ ਸੀ, ਬਟ ਵਿਦ ਦ ਹੈਲਪ ਆਫ ਵਿਦ ਦ ਐਡਵਾਈਸ ਆਫ ਕਾਉਂਸਿਲ ਆਫ ਮਿਨਿਸਟਰਸ, ਠੀਕ ਹੈ। ਹਰੇਕ ਮੈਟਰ ਦੇ ਵਿੱਚ ਉਹਨਾਂ ਕੀ ਕਾਉਂਸਿਲ ਆਫ ਮਿਨਿਸਟਰ ਜਿਹੜੀ ਮੰਤਰੀ ਮੰਡਲ ਹੈਗਾ ਨਾ ਹੁੰਦਾ, ਮੰਤਰੀ ਮੰਡਲ ਮਤਲਬ ਪ੍ਰਧਾਨ ਮੰਤਰੀ ਦਾ ਮੰਤਰੀ ਮੰਡਲ ਜਿਹੜਾ ਹੈਗਾ ਸੀ ਉਹਦੇ ਨਾਲ ਉਹਨੂੰ ਕੀ ਨੈਗੋਸ਼ੀਏਟ ਕਰਨਾ ਪਏਗਾ, ਉਹਦੇ ਨਾਲ ਉਹਨੂੰ ਸਲਾਹ ਕਰਨੀ ਹੀ ਪਏਗੀ। ਰਿਸਪੈਕਟਿਵ ਕਾਉਂਸਿਲ ਆਫ ਮਿਨਿਸਟਰ ਮਤਲਬ ਕੀ ਹੈ ਸਟੇਟ ਦੇ ਵਿੱਚ ਸਟੇਟ ਜਿਹੜੇ ਹੈਗੇ ਕਾਉਂਸਿਲ ਆਫ ਮਿਨਿਸਟਰ ਅਤੇ ਇੰਡੀਆ ਲੈਵਲ 'ਤੇ ਕੀ ਹੈ ਕੈਬਨਿਟ ਜਿਹੜੀ ਹੈ ਆਪਣੀ ਸੈਂਟਰਲ ਕਾਉਂਸਿਲ ਆਫ ਮਿਨਿਸਟਰਸ, ਠੀਕ ਹੈ। ਤਾਂ ਇਹ ਧਿਆਨ ਰੱਖਣਾ। ਅੱਗੇ ਨੈਕਸਟ ਜਿਹੜਾ ਆਪਣਾ ਇੰਪੋਰਟੈਂਟ ਪੁਆਇੰਟ ਹੈਗਾ ਜਿਹੜਾ ਆਪਣਾ ਫੀਚਰ ਹੈਗਾ ਇਸ ਚੀਜ਼ ਦਾ, it discontinued the appointment of the civil services and reservation of posts by the secretary of state for India, ਠੀਕ ਹੈ। ਹੁਣ ਸੈਕਟਰੀ ਆਫ ਸਟੇਟਸ ਜਿਹੜੇ ਕੀ ਹੈ ਜਿਨ੍ਹਾਂ ਵਾਸਤੇ ਕੀ ਹੈ ਸੈਕਟਰੀ ਆਫ ਸਟੇਟ ਵਾਸਤੇ ਕੀ ਰਿਜ਼ਰਵ ਕੀਤੀ ਜਾਂਦੀ ਸੀ ਪੋਸਟ ਵੀ ਉਹ ਆਦਿ ਅਕੋਰਡਿੰਗਲੀ ਜਿਹੜਾ ਹੈਗਾ ਉਹਨਾਂ ਨੂੰ ਅਪੋਇੰਟ ਕਰੇਗਾ, ਅਤੇ ਜਿਹੜੇ ਸਿਵਲ ਸਰਵਿਸ ਨੂੰ ਅਪੋਇੰਟ ਕਰਨਾ ਠੀਕ ਹੈ ਉਹਨਾਂ ਨੂੰ ਕੀ ਇਸ ਐਕਟ ਦੇ ਥਰੂ ਇੰਡੀਅਨ ਇੰਡੀਪੈਂਡੈਂਸ ਐਕਟ 1947 ਦੇ ਥਰੂ ਕੀ ਇਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ। ਪਰ ਜਿਹੜੇ 15 ਅਗਸਤ 1947 ਤੋਂ ਪਹਿਲਾਂ ਬਿਊਰੋਕਰੇਟ ਸੀਗੇ ਸੀ ਜਾਂ ਫਿਰ ਸਿਵਲ ਸਰਵੈਂਟ ਸੀਗੇ ਸੀ ਉਹ ਕੀ ਹੈ ਐਜ਼ ਇਟ ਇਜ਼ ਵਰਕ ਕਰਨਗੇ, ਜੋ ਵੀ ਉਹਨਾਂ ਨੂੰ ਪ੍ਰਿਵਿਲੇਜਸ ਪਹਿਲਾਂ ਦਿੱਤੀਆਂ ਗਈਆਂ ਸੀ, ਜੋ ਵੀ ਉਹਨਾਂ ਨੂੰ ਮਤਲਬ ਸਹੂਲਤਾਂ ਪਹਿਲਾਂ ਦਿੱਤੀਆਂ ਗਈਆਂ ਸੀ ਉਹ ਐਜ਼ ਇਟ ਇਜ਼ ਜਿਹੜੀ ਹੈ ਚੱਲਣਗੀਆਂ। ਬਟ ਨਵੇਂ ਜਿਹੜੇ ਹੈਗੇ ਨਵੇਂ ਨੂੰ ਕੀ ਜਿਹੜਾ ਹੈਗਾ ਗਵਰਨਮੈਂਟ ਜਿਹੜੀ ਇੰਡੀਅਨ ਗਵਰਨਮੈਂਟ ਆਪਦੇ ਅਕੋਰਡਿੰਗਲੀ ਉਹਨਾਂ ਨੂੰ ਕੀ ਜਾਂ ਰੂਲ ਚਲਾਏਗੀ ਜਾਂ ਆਪਦੇ ਅਕੋਰਡਿੰਗਲੀ ਉਹਨਾਂ ਨੂੰ ਪਾਵਰਸ ਦੇਗੀ। ਤਾਂ ਜਿਹੜਾ ਨੈਕਸਟ ਜਿਹੜਾ ਹੈਗਾ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਜਿਹੜਾ ਪੁਆਇੰਟ ਹੈਗਾ ਇਹਦੇ ਵਿੱਚ ਕੀ ਹੈ ਉਹ ਲੈਪਸ ਆਫ ਪੈਰਾਮਾਊਂਟ ਸੀ, ਠੀਕ ਹੈ। ਲੈਪਸ ਆਫ ਪੈਰਾਮਾਊਂਟ ਸੀ ਦਾ ਹੁਣ ਕੀ ਗੱਲ ਕਰਦੇ ਵਿਦ ਦ ਐਨੈਕਟਮੈਂਟ ਆਫ ਦਿਸ ਪ੍ਰੋਵੀਜ਼ਨ ਮਤਲਬ ਕਿ ਇੰਡੀਅਨ ਇੰਡੀਪੈਂਡੈਂਸ ਐਕਟ 1947 ਐਨੈਕਟਮੈਂਟ ਮਤਲਬ ਕਿ ਲਾਗੂ ਕਰਨਾ। ਜਦੋਂ ਇਹ ਲਾਗੂ ਹੋਇਆ ਦ ਬ੍ਰਿਟਿਸ਼ ਕਰਾਊਨਸ ਪੈਰਾਮਾਊਂਟਸੀ ਓਵਰ ਦ ਇੰਡੀਅਨ ਸਟੇਟਸ ਕੇਮ ਟੂ ਐਨ ਐਂਡ, ਠੀਕ ਹੈ। ਹੁਣ ਬ੍ਰਿਟਿਸ਼ ਪੈਰਾਮਾਊਂਟਸੀ ਹੈ ਕੀ ਚੀਜ਼ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। all the treaties, agreements, functions, obligations and the powers held by the crown in relation to the Indian states were relinquished, ठीक है। relinquished मतलब कि त्याग कर मतलब खत्म कर ਬੰਦ ਹੀ ਕਰ ਦਿੱਤਾ ਜਾਏਗਾ, ਠੀਕ ਹੈ। ਅਤੇ ਇਹਦੇ ਵਿੱਚ ਕੀ ਗੱਲ ਕੀਤੀ ਗਈ ਜਿਹੜੀ ਲੈਪਸ ਆਫ ਪੈਰਾਮਾਊਂਟ ਸੀ ਤਾਂ ਮਤਲਬ ਕਿ ਜੋ ਵੀ ਅੱਜ ਤੱਕ ਟਰੀਟੀਜ਼ ਕੋਈ ਵੀ ਟਰੀਟੀਜ਼ ਕੀਤੀਆਂ ਨੇ ਬ੍ਰਿਟਿਸ਼ਰਸ ਨੇ ਆਪਦੇ ਅਕੋਰਡਿੰਗਲੀ ਕਿਸੇ ਆਦੇ ਦੇਸ਼ ਨਾਲ ਜਾਂ ਕਿਸੇ ਹੋਰ ਦੇਸ਼ ਨਾਲ ਜਾਂ ਕਿਸੇ ਹੋਰ ਪ੍ਰੋਵਿੰਸ ਨਾਲ ਐਗਰੀਮੈਂਟਸ ਜੋ ਐਗਰੀਮੈਂਟਸ ਕੀਤੇ ਨੇ ਕੰਪਨੀਜ਼ ਨਾਲ, ਈਸਟ ਇੰਡੀਆ ਕੰਪਨੀ ਯੂਰਪੀਅਨ ਜਿਹੜੀ ਕਿ ਫਰਾਂਸ ਦੀ ਈਸਟ ਇੰਡੀਆ ਕੰਪਨੀ ਕਿਸੇ ਨਾਲ ਵੀ ਜਿਹੜੇ ਉਹਦੇ ਫੰਕਸ਼ਨਸ ਹੈਗੇ ਨੇ ਜਿਹੜੇ ਉਹਦੇ ਓਬਲੀਗੇਸ਼ਨਸ ਹੈਗੇ ਨੇ ਜਿਹੜੀ ਪਾਵਰਸ ਉਹਨਾਂ ਨੇ ਆਪਦੇ ਅਕੋਰਡਿੰਗਲੀ ਇੰਟਰੋਡਿਊਸ ਕੀਤੀਆਂ ਸੀ ਇੰਡੀਆ ਦੇ ਵਿੱਚ ਉਹ ਸਾਰਿਆਂ ਨੂੰ ਖਤਮ ਕੀਤਾ ਜਾਂਦਾ। ਅਤੇ ਉਹ ਕੰਟਰੀ ਉਹ ਡੋਮੀਨੀਅਨ ਪਾਕਿਸਤਾਨ ਹੈ, ਇੰਡੀਆ ਹੈਗਾ ਉਹ ਅਕੋਰਡਿੰਗਲੀ ਆਪਦੇ ਜਿਹੜਾ ਨਿਊ ਕਨਸਟੀਟਿਊਸ਼ਨ ਬਣਾਉਣਗੇ ਅਤੇ ਅਕੋਰਡਿੰਗਲੀ ਜਿਹੜਾ ਹੈਗਾ ਆਪਦੇ ਦੇਸ਼ 'ਤੇ ਰੂਲ ਕਰਨਗੇ, ਆਪਦੇ ਦੇਸ਼ 'ਤੇ ਵਰਕ ਕਰਨਗੇ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਇਹ ਜਿਹੜੀ ਹੈਗੀ ਸਾਰੀਆਂ ਪ੍ਰੋਵੀਜ਼ਨਸ ਹੋ ਗਈਆਂ।
ਅੱਗੇ ਆਪਾਂ ਜਿਹੜਾ ਹੈਗਾ ਇੱਕ ਫੈਕਟ ਦਿੱਤਾ ਗਿਆ, ਉਹ ਦਿੱਤਾ ਗਿਆ ਲॉर्ड ਮਾਊਂਟਬੈਟਨ ਬਿਕਮ ਦਾ ਫਰਸਟ ਗਵਰਨਰ ਜਨਰਲ ਆਫ ਇੰਡੀਆ। ਤਾਂ ਫਸਟ ਗਵਰਨਰ ਜਨਰਲ ਕੌਣ ਸੀ ਉਸ ਟਾਈਮ ਇੰਡੀਪੈਂਡੈਂਟ ਇੰਡੀਆ ਦਾ ਫਸਟ ਗਵਰਨਰ ਜਨਰਲ ਕੌਣ ਸੀ? ਉਹ ਹੈਗਾ ਲॉर्ड ਮਾਊਂਟਬੈਟਨ। ਤੇ ਆਪਾਂ ਗੱਲ ਕੀਤਾ ਸੀ ਫਸਟ ਗਵਰਨਰ ਜਨਰਲ ਆਫ ਇੰਡੀਆ, ਉਹ ਕੌਣ ਸੀ? ਉਹ ਆਪਾਂ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ ਆਪਾਂ ਲੈਕਚਰਸ ਦੇ ਵਿੱਚ ਗੱਲ ਕੀਤੀ ਹੈ। ਤਾਂ ਜਿਨ੍ਹਾਂ ਨੂੰ ਪਤਾ ਹੈ ਤਾਂ ਆਪਾਂ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਵੀ ਉਹ ਜਿਹੜਾ ਕਿਹੜਾ ਹੈਗਾ ਸੀ ਗਵਰਨਰ ਜਨਰਲ, ਫਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ। ਠੀਕ ਹੈ, ਉਹ ਹੋ ਸਕਦਾ ਮਤਲਬ ਕੀ ਹੈ ਜਿਨ੍ਹਾਂ ਨੂੰ ਪਤਾ ਹੋਏਗਾ, ਜਿਨ੍ਹਾਂ ਲੈਕਚਰ ਸਹੀ ਤਰ੍ਹਾਂ ਲਗਾਏ ਨੇ, ਸਹੀ ਤਰ੍ਹਾਂ ਸੁਣਿਆ, ਉਹਨਾਂ ਨੂੰ ਸਾਰਾ ਪਤਾ ਹੋਏਗਾ। ਠੀਕ ਹੈ, ही swore the जवाहरलाल नेहरू as the first PM of independent India। ठीक है, तो उनकी फर्स्ट प्राइम मिनिस्टर कौन सी इंडिपेंडेंट इंडिया ਦੇ? ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਹੈਗੇ ਨਾ ਉਹ ਕੀ ਫਸਟ ਜਿਹੜੇ ਹੈਗੇ ਸੀ PM ਹੈਗੇ ਸੀ ਇੰਡੀਪੈਂਡੈਂਟ ਆਜ਼ਾਦ ਭਾਰਤ ਦੇ। ਦ ਕੰਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਫਾਰਮਡ ਇਨ 1947 ਬਿਕਮ ਦਾ ਪਾਰਲੀਮੈਂਟ ਆਫ ਦਾ ਇੰਡੀਅਨ ਡੋਮੀਨੀਅਨ। ਠੀਕ ਹੈ, ਹੁਣ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਹੈਗੀ ਸੀ, ਕੰਸਟੀਟਿਊਐਂਟ ਅਸੈਂਬਲੀ ਜਿਹੜੀ ਹੈਗੀ ਸੀ ਉਹਨੂੰ ਕੀ ਪਾਰਲੀਮੈਂਟ ਬਣਾ ਦਿੱਤਾ ਗਿਆ। ਜਿਹੜੀ 1946 ਦੇ ਵਿੱਚ ਬਣੀ ਸੀ ਨਾ ਕੰਸਟੀਟਿਊਐਂਟ ਅਸੈਂਬਲੀ, ਸੰਵਿਧਾਨ ਸਭਾ ਨੂੰ ਕੀ ਪਾਰਲੀਮੈਂਟ ਬਣਾ ਦਿੱਤਾ ਗਿਆ ਇੰਡੀਅਨ ਡੋਮੀਨੀਅਨ ਦਾ। ਹੁਣ ਕੀ ਹੈ ਕਈ ਗਾਇਜ਼ ਨੂੰ ਪਤਾ ਨਹੀਂ ਹੁੰਦਾ ਵੀ ਹੁਣ ਕੰਸਟੀਟਿਊਐਂਟ ਅਸੈਂਬਲੀ ਕਿੱਥੇ ਹੈਗੀ। ਤਾਂ ਕੰਸਟੀਟਿਊਐਂਟ ਅਸੈਂਬਲੀ ਜਿਹੜੀ ਆਪਣੀ ਪਾਰਲੀਮੈਂਟ ਹੈਗੀ ਉਹੀ ਜਿਹੜੀ ਹੈ ਆਪਣੀ ਕੰਸਟੀਟਿਊਐਂਟ ਅਸੈਂਬਲੀ ਹੈ, ਜਿਹੜੀ ਕਿ 1946 ਦੇ ਵਿੱਚ ਕੰਸਟੀਟਿਊਐਂਟ ਅਸੈਂਬਲੀ ਦੇ ਨਾਮ ਨਾਲ ਜਾਣੀ ਜਾਂਦੀ ਸੀ। ਆਫਟਰ ਇੰਡੀਪੈਂਡੈਂਸ ਮੀਨਸ 15 ਅਗਸਤ 1947 ਤੋਂ ਬਾਅਦ ਕਿ ਉਹਨੂੰ ਕੀ ਹੈ ਪਾਰਲੀਮੈਂਟ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਠੀਕ ਹੈ, ਸੰਸਦ ਜਿਹਨੂੰ ਆਪਾਂ ਕਹਿ ਦਈਏ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਲੈਕਚਰਸ ਬਹੁਤ ਵਧੀਆ ਲੱਗਿਆ ਹੋਏਗਾ, ਤੁਹਾਡੇ ਵਾਸਤੇ ਹੈਲਪਫੁਲ ਹੋਏਗਾ, ਤੁਹਾਡੇ ਐਗਜ਼ਾਮ ਵਾਸਤੇ ਹੈਲਪਫੁਲ ਹੋਏਗਾ, ਤੁਹਾਡੇ ਟਾਈਮ ਵਾਸਤੇ ਜਿਹੜਾ ਹੈਲਪਫੁਲ ਹੋਏਗਾ, ਯੂਟੀਲਾਈਜ਼ ਤੁਹਾਡਾ ਟਾਈਮ ਹੋਇਆ ਹੋਏਗਾ। ਨਾਲ ਦੀ ਨਾਲ ਤੁਸੀਂ ਕੀ ਕਰਨਾ ਹੈ, ਜਿਹੜਾ ਸਬਸਕ੍ਰਾਈਬ ਕਰਨਾ ਚੈਨਲ ਨੂੰ, ਬੈਲ ਆਈਕਨ ਨੂੰ ਦਬਾਉਣਾ ਹੈ। ਠੀਕ ਹੈ, ਹੋਰ ਜਿਹੜੀ ਅਪਡੇਟਸ ਵੀ ਨਾਲੇ ਕੀ ਹੈ ਜਿਹੜਾ ਕੈਂਡੀਡੇਟ, ਜਿਹੜਾ ਵੀ ਸਟੂਡੈਂਟ, ਜਿਹੜਾ ਵੀ ਗਾਇਜ਼ ਇਹ 'ਤੇ ਨਵਾਂ ਹੈਗਾ ਉਹ ਕੀ ਕਰੇ, ਜਿਹੜੇ ਲਾਸਟ ਲੈਕਚਰਸ ਹੈਗੇ ਨੇ ਲਾਸਟ ਲੈਕਚਰ ਜ਼ਰੂਰ ਦੇਖੇ, ਕਿਉਂਕਿ ਲਾਸਟ ਲੈਕਚਰਸ ਜੇ ਤੁਸੀਂ ਨਹੀਂ ਦੇਖੋਗੇ ਫਿਰ ਤੁਹਾਨੂੰ ਜਿਹੜਾ ਹੈਗਾ ਇਹ ਓਨਲੀ ਐਂਡ ਓਨਲੀ ਜਿਹੜੀ ਹੈਗੀ ਇੱਕ ਵੀਡੀਓ ਨਾਲ ਦੇਖਣ ਨਾਲ ਤੁਹਾਨੂੰ ਕੋਈ ਫਰਕ ਨਹੀਂ ਪਏਗਾ, ਤੁਹਾਨੂੰ ਪਤਾ ਨਹੀਂ ਲੱਗੇਗਾ ਵੀ ਆਪਣੀ ਕਰੋਨੋਲੋਜੀ ਕਿਸ ਹਿਸਾਬ ਨਾਲ ਚੱਲੀ, ਕਿਵੇਂ ਜਿਹੜਾ ਪਹਿਲਾ ਕੰਪਨੀ ਰੂਲ ਹੈਗਾ ਸੀ, ਜਿਹੜਾ ਹੈਗਾ ਸੀ ਫਸਟ ਐਕਟ ਕਿਵੇਂ ਆਇਆ, ਫਿਰ ਉਹਦੀ ਕਿਵੇਂ ਡਿਵੈਲਪਮੈਂਟਸ ਹੋਈਆਂ। ਠੀਕ ਹੈ, ਐਕਸੈਕਟਰਾ। ਸੋ ਵੰਸ ਅਗੇਨ ਥੈਂਕ ਯੂ ਫॉर ਵਾਚਿੰਗ ਮਾਈ lecture। please subscribe channel Mr. Singh Educations। thank you for watching lecture। bye bye guys।